ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਪੰਜਵਾਂ। ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ, ਸੇ ਪੂਰੇ ਪ੍ਰਧਾਨ। ਜਿਨ ਕੋ ਆਪ ਦਇਆਲ ਹੋਏ, ਤਿਨ ਉਪਜੈ ਮਨ ਗਿਆਨ। ਜਿਨ ਕੋ ਮਸਤਕ ਲਿਖਿਆ, ਤਿਨ ਪਾਇਆ ਹਰਿ ਨਾਮ। ਮਨ ਮੇਰੇ ਏਕੋ ਨਾਮ ਧਿਆਏ, ਸਰਬ ਸੁਖਾਂ ਸੁਖ ਉਪਜੈ। ਦਰਗਾਹ ਪੈਂਦਾ ਜਾਏ ਰਹਾਉ, ਜਨਮ ਮਰਨ ਕਾ ਭਉ ਗਿਆ। ਭਾਉ ਭਗਤ ਗੋਪਾਲ, ਸਾਧੂ ਸੰਗਤ ਨਿਰਮਲਾ। ਆਪ ਕਰੇ ਪ੍ਰਤਪਾਲ, ਜਨਮ ਮਰਨ ਕੀ ਮਲ ਕੱਟੀਐ। ਗੁਰ ਦਰਸ਼ਨ ਦੇਖ ਨਿਹਾਲ, ਥਾਨ ਥਨੰਤਰ ਰਵ ਰਿਆ। ਪਾਰ ਬ੍ਰਹਮ ਪ੍ਰਭ ਸੋਏ, ਸਭਨਾ ਦਾਤਾ ਏਕ ਹੈ। ਦੂਜਾ ਨਾਹੀ ਕੋਇ, ਤਿਸ ਸ਼ਰਣਾਈ ਛੁਟੀਐ। ਕੀਤਾ ਲੋੜੇ ਸੋ ਹੋਏ, ਜਿਨ ਮਨ ਵਸਿਆ ਪਾਰ ਬ੍ਰਹਮ। ਸੇ ਪੂਰੇ ਪ੍ਰਧਾਨ, ਤਿਨ ਕੀ ਸੋਭਾ ਨਿਰਮਲੀ। ਪ੍ਰਗਟ ਪਈ ਜਹਾਨ, ਜਿਨੀ ਮੇਰਾ ਪ੍ਰਭ ਧਿਆਇਆ। ਨਾਨਕ ਤਿਨ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ। ਹਾਜ਼ਰਾ ਹਜ਼ੂਰ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਨਾਲ ਗਲੋਬਲ ਗੁਰਬਾਣੀ ਵਿਚਾਰ ਮੰਚ ਤੋਂ ਰੋਜ਼ਾਨਾ ਹੀ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਕਥਾ ਵਿਚਾਰ ਲੈ ਕੇ ਆਪ ਜੀ ਕੀ ਸੇਵਾ ਦੇ ਵਿੱਚ ਹਾਜ਼ਰ ਹੋ ਰਹੇ ਹਾਂ। ਦਾਸ ਹਰਮਨਪ੍ਰੀਤ ਸਿੰਘ ਵੱਲੋਂ ਆਪ ਸਮੂਹ ਸਰੋਤਿਆਂ ਪਿਆਰਿਆਂ ਗੁਰੂ ਕੀ ਸੰਗਤ ਨੂੰ ਜੀ ਆਇਆਂ ਕਰਦਿਆਂ ਹੋਇਆਂ
ਆਓ ਅੱਜ ਦੀ ਪਾਵਨ ਵਿਚਾਰ ਨਾਲ ਜੁੜੀਏ। ਸਭ ਤੋਂ ਪਹਿਲਾਂ ਤੇ ਆਪ ਸਾਰਿਆਂ ਦਾ ਕੋਟਾਨ ਕੋਟ ਸ਼ੁਕਰ ਹੈ, ਧੰਨਵਾਦ ਹੈ ਆਪ ਸਾਰਿਆਂ ਦਾ, ਜਿਨ੍ਹਾਂ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਤਿਗੁਰੂ ਜੀ ਕੀ ਪਾਵਨ ਬਾਣੀ ਨੂੰ ਸੁਣਿਆ ਤੇ ਆਪਣੇ ਜੀਵਨ ਦੇ ਵਿੱਚ ਗੁਰਮਤਿ ਨੂੰ ਵਸਾਇਆ ਹੈ। ਸੋ ਸਤਿਗੁਰੂ ਕਿਰਪਾ ਕਰਨ, ਆਓ ਅੱਜ ਦੀ ਅੰਮ੍ਰਿਤਮਈ ਸਤਿਗੁਰੂ ਦੀ ਪਾਵਨ ਬਾਣੀ ਨਾਲ ਜੁੜੀਏ, ਅੱਜ ਦੀ ਗੁਰਬਾਣੀ ਵਿਚਾਰ ਨੂੰ ਸਮਝੀਏ। ਸੋ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਹ ਜਿਹੜਾ ਸ਼ਬਦ ਅੱਜ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਸ਼੍ਰੀ ਰਾਗ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ 80 ਨੰਬਰ ਸ਼ਬਦ ਹੈ, 80 ਨੰਬਰ ਸ਼ਬਦ ਆ ਤੇ ਸ਼ਬਦ ਦੇ ਕੁੱਲ 4 ਬੰਦ ਨੇ, ਇੱਕ ਬੰਦ ਰਹਾਉ ਦਾ ਹੈ। ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 45 ਦੇ ਉੱਤੇ ਸੁਭਾਇਮਾਨ ਹੈ। ਰਹਾਉ ਦੀਆਂ ਪੰਕਤੀਆਂ ਨੇ ਪਾਵਨ ਸ਼ਬਦ ਦੀਆਂ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਮਨ ਮੇਰੇ ਏਕੋ ਨਾਮ ਧਿਆਏ। ਹੇ ਮੇਰੇ ਮਨ, ਸਿਰਫ ਤੇ ਸਿਰਫ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਹੁਕਮ ਨੂੰ ਹੀ ਚੇਤੇ ਕਰਿਆ ਕਰ, ਉਹਦਾ ਹੀ ਨਾਮ ਸਿਮਰਿਆ ਕਰ, ਭਾਵ ਉਹਨੂੰ ਹੀ, ਉਹਦੇ ਹੁਕਮ ਨੂੰ ਹੀ ਆਪਣੇ ਜੀਵਨ ਵਿੱਚ ਟਿਕਾਇਆ ਕਰ, ਕਿਉਂਕਿ ਉਹਦਾ ਹੁਕਮ ਹੀ ਸਾਰੇ ਜਗਤ ਵਿੱਚ ਚੱਲ ਰਿਹਾ ਹੈ। ਸਰਬ ਸੁਖਾਂ ਸੁਖ ਉਪਜੈ, ਦਰਗਹਿ ਪੈਂਦਾ ਜਾਏ। ਸਰਬ ਸੁਖ, ਸਾਰੇ ਸੁੱਖਾਂ ਦਾ ਦਾਤਾ, ਜਿੱਥੋਂ ਸਾਰੇ ਸੁੱਖ ਉਪਜਦੇ ਨੇ, ਸਾਰੇ ਸੁੱਖ ਪੈਦਾ ਹੁੰਦੇ ਨੇ, ਉਹ ਸਿਰਫ ਤੇ ਸਿਰਫ ਸੁਖ ਦਾਤਾ ਪਰਮਾਤਮਾ ਅਕਾਲ ਪੁਰਖ, ਕੇਵਲ ਤਾਂ ਕੇਵਲ ਉਹ ਆਪ ਹੈ। ਸਰਬ ਸੁਖਾਂ ਸੁਖ ਉਪਜੈ, ਦਰਗਹਿ ਪੈਂਦਾ ਜਾਏ। ਜਿਹੜਾ ਮਨੁੱਖ ਪੂਰਨ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਦਾ ਹੈ, ਪਰਮਾਤਮਾ ਦੇ ਉੱਤੇ ਨਿਸ਼ਚੈ ਰੱਖਦਾ ਹੈ, ਉਸ ਦੇ ਅੰਦਰ ਸਾਰੇ ਸ੍ਰੇਸ਼ਟ, ਸਾਰੇ ਸ਼੍ਰੋਮਣੀ ਸੁਖ ਪੈਦਾ ਹੋ ਜਾਂਦੇ ਹਨ। ਉਹ ਸੁੱਖਾਂ ਦੇ ਦਾਤੇ ਪਰਮਾਤਮਾ ਨੂੰ ਜਦੋਂ ਆਪਣੇ ਜੀਵਨ ਦੇ ਵਿੱਚ ਵਸਦਾ ਫੱਬਦਾ ਦੇਖਦਾ ਹੈ ਤੇ ਉਹਦੇ ਜੀਵਨ ਦੇ ਵਿੱਚੋਂ ਵਿਕਾਰ ਖਤਮ ਹੋ ਜਾਂਦੇ ਨੇ, ਵਿਕਾਰਾਂ ਦੀਆਂ ਚੋਟਾਂ ਖਤਮ ਹੋ ਜਾਂਦੀਆਂ ਨੇ। ਉਹ ਆਤਮਿਕ ਤੌਰ ਤੇ ਸੁਖੀ ਹੋ ਜਾਂਦਾ ਹੈ, ਕਿਉਂਕਿ ਉਹਦੀ ਆਤਮਾ ਚੜ੍ਹਦੀ ਕਲਾ ਵਿੱਚ ਹੋ ਜਾਂਦੀ ਹੈ। ਦਰਗਹਿ ਪੈਂਦਾ ਜਾਏ ਤੇ ਪਰਮਾਤਮਾ ਦੀ ਦਰਗਾਹ, ਪਰਮਾਤਮਾ ਦੀ ਦਰਗਾਹ ਕਿਹੜੀ ਹੈ? ਜਿੱਥੇ ਪਰਮਾਤਮਾ ਵਸਦਾ ਹੈ। ਤੇ ਪਰਮਾਤਮਾ ਕਿੱਥੇ ਵਸਦਾ ਹੈ? ਸੰਸਾਰ ਦੇ ਵਿੱਚ। ਇਹ ਸੰਸਾਰ ਦਰ ਆ। ਦਰਗਾਹ ਦਾ ਅਰਥ ਆ ਦਰਵਾਜ਼ਾ, ਜਿੱਥੋਂ ਲੰਘ ਕੇ ਪਰਮਾਤਮਾ ਨਾਲ ਇਕਮਿਕ ਹੋਣਾ ਹੈ। ਵਿੱਚ ਦੁਨੀਆ ਸੇਵ ਕਮਾਉਣੀ ਹੈ ਤੇ ਸੱਚੇ ਰਾਹ ਤੇ ਚੱਲਦਿਆਂ ਹੋਇਆਂ, ਗੁਰਮਤ ਦੇ ਦੱਸੇ ਰਸਤੇ ਤੋਂ ਅਪਣਾਉਂਦਿਆਂ ਹੋਇਆਂ, ਇਸ ਪਰਿਪੂਰਨ ਪਰਮਾਤਮਾ ਦੇ ਹੁਕਮ ਨੂੰ ਜਾਣਦਿਆਂ ਸਮਝਦਿਆਂ ਹੋਇਆਂ ਤੇ ਇੱਕ ਦਿਨ ਮਾਨਵਤਾ ਦੀ ਸੇਵਾ ਕਰਦਿਆਂ ਪਰਮਾਤਮਾ ਦੇ ਵਿੱਚ ਇਕਮਿਕ ਹੋ ਜਾਣਾ ਹੈ। ਜਿਹੜੇ ਮਨੁੱਖ ਮਾਨਵਤਾ ਦੇ ਸੇਵਾਦਾਰ ਆ ਨਾ, ਉਹ ਮਾਨਵਤਾ ਨੂੰ ਸੁਖੀ ਵਸਣ ਵਾਸਤੇ ਹਰ ਪੱਖ ਤੋਂ ਪ੍ਰਕਿਰਤੀ ਦੀ ਸੇਵਾ ਵੀ ਕਰਦੇ ਨੇ। ਉਹ ਪੋਲਿਊਟਡ ਨਹੀਂ ਹੋਣ ਦਿੰਦੇ ਇਨਵਾਇਰਮੈਂਟ। ਉਹ ਹਰ ਵਕਤ, ਹਰ ਪਲ, ਹਰ ਘੜੀ ਇਸ ਗੱਲ ਤੇ ਲੱਗੇ ਰਹਿੰਦੇ ਹਨ ਕਿ ਸਾਰੀ ਧਰਤੀ ਨਿਰਮਲ ਹੋਵੇ, ਜਿੱਥੇ ਮਨੁੱਖ ਨੇ ਸਾਹ ਲੈਣਾ ਹੈ, ਜਿੱਥੇ ਮਨੁੱਖ ਨੇ ਰਹਿਣਾ ਹੈ। ਇਸੇ ਕਰਕੇ ਉਹ ਫਿਰ ਹਮੇਸ਼ਾ ਇਹ ਕੋਸ਼ਿਸ਼ ਕਰਦੇ ਨੇ ਕਿ ਮਾਨਵਤਾ ਦੀ ਸੇਵਾ ਕੇਵਲ ਇਹ ਨਹੀਂ ਦਾਨ ਪੁੰਨ ਕਰ ਦੇਣਾ, ਮਾਨਵਤਾ ਦੀ ਸੇਵਾ ਇਹ ਵੀ ਹੈ ਪਾਣੀ ਨੂੰ ਸਵੱਛ ਰੱਖਣਾ, ਹਵਾ ਨੂੰ ਸਵੱਛ ਰੱਖਣਾ, ਪ੍ਰਕਿਰਤੀ ਨੂੰ ਸਵੱਛ ਰੱਖਣਾ, ਉਹਨੂੰ ਨਿਰਮਲ ਰੱਖਣਾ, ਤਾਂ ਕਿ ਮਨੁੱਖ ਆਜ਼ਾਦੀ ਨਾਲ ਜੀਵਨ ਜੀ ਸਕੇ। ਪਰ ਜਿੱਥੇ ਇਤਨਾ ਪੋਲਿਊਸ਼ਨ ਹੋਵੇਗਾ, ਪਟਾਕਿਆਂ ਦਾ ਪੋਲਿਊਸ਼ਨ, ਵਿਕਾਰਾਂ ਦਾ ਪੋਲਿਊਸ਼ਨ, ਗੰਦੀਆਂ ਸੋਚਾਂ ਦਾ ਪੋਲਿਊਸ਼ਨ, ਉੱਥੇ ਅਸੀਂ ਮਾਨਵਤਾ ਦਾ ਭਲਾ ਨਹੀਂ, ਸਗੋਂ ਅਸੀਂ ਮਾਨਵਤਾ ਨੂੰ ਬਰਬਾਦ ਕਰ ਰਹੇ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਦੀ ਗੱਲ ਸਮਝਾਈ ਸੀ ਨਾ, ਉਹਦਾ ਮਤਲਬ ਇਹ ਸੀ ਕਿ ਸਿੱਖ ਦਰਗਾਹ ਜੇ ਪ੍ਰਮਾਤਮਾ ਦੀ ਵਿੱਚ ਜਾਣਾ ਚਾਹੁੰਦਾ ਹੈ ਤੇ ਉਹ ਇਸ ਸੰਸਾਰ ਨੂੰ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਘਰ ਸਮਝੇ। ਜਿਵੇਂ ਪ੍ਰਮਾਤਮਾ ਦੇ ਘਰ ਨੂੰ ਸਮਝਦਿਆਂ ਹੋਇਆਂ ਉਹ ਪਾਣੀ ਨੂੰ ਸਵੱਛ ਰੱਖੇ, ਉਹ ਹਵਾ ਨੂੰ ਸਵੱਛ ਰੱਖੇ। ਅੱਜ ਜਿਹੜੀਆਂ ਗੱਲਾਂ ਗ੍ਰੀਨ ਦੀਵਾਲੀ ਦੀਆਂ ਜਿਹੜੀਆਂ ਚੱਲੀਆਂ ਜਾਂ ਗ੍ਰੀਨ ਇਨਵਾਇਰਮੈਂਟ ਦੀਆਂ ਚੱਲ ਰਹੀਆਂ ਨੇ, ਜਿਹੜਾ ਸਿੱਖ ਗੁਰੂ ਨਾਨਕ ਸਾਹਿਬ ਦੇ ਅਕੀਦੇ ਦੇ ਮੁਤਾਬਕ ਜੀਵਨ ਜਿਉਂਦਾ ਹੈ, ਸਤਿਗੁਰ ਦੇ ਸਿਧਾਂਤਾਂ ਨੂੰ ਫੋਲੋ ਕਰਦਾ ਹੈ, ਉਹ ਹਮੇਸ਼ਾ ਹੀ ਪ੍ਰਕਿਰਤੀ ਦੀ ਸੇਵਾ ਵੀ ਕਰਦਾ ਹੈ। ਕਿਉਂਕਿ ਜੇਤੇ ਜੀ ਤੇਤੇ ਸਭ ਤੇਰੇ,
ਬਿਨ ਸੇਵਾ ਫਲ ਕਿਛ ਨਾਹੀਂ। ਉਹ ਰੁੱਖਾਂ ਦੀ ਸੇਵਾ ਕਰਦਾ ਹੈ, ਪ੍ਰਕਿਰਤੀ ਦੀ ਸੇਵਾ ਕਰਦਾ ਹੈ, ਤਾਂ ਕਿ ਉਹ ਚਾਹੁੰਦਾ ਹੈ ਕਿ ਸਮਾਜ ਦਾ ਭਲਾ ਹੋਵੇ, ਸਮਾਜ ਦੇ ਵਿੱਚ ਪਵਿੱਤਰਤਾ ਹੋਵੇ। ਸਾਹਿਬ ਕਹਿੰਦੇ ਜਦੋਂ ਸਾਰਾ ਸੰਸਾਰ ਨਿਰਮਲ ਹੋਵੇਗਾ, ਸਵੱਛਤਾ ਹੋਵੇਗੀ ਸਾਰੇ ਸੰਸਾਰ ਦੇ ਵਿੱਚ, ਖੁੱਲ੍ਹੀ ਹਵਾ ਦਾ ਆਨੰਦ ਹੋਵੇਗਾ, ਹਰ ਇੱਕ ਮਨੁੱਖ ਨੂੰ ਆਜ਼ਾਦੀ ਹੋਵੇਗੀ ਜਿਉਣ ਦੀ, ਤੇ ਕਹਿੰਦੇ ਫਿਰ ਉਦੋਂ ਆਤਮਿਕ ਤੌਰ ਤੇ ਸਰਬ ਸੁੱਖਾਂ ਸੁੱਖ ਉਪਜੈ। ਸਾਰਿਆਂ ਸੁੱਖਾਂ ਦੇ ਮਾਲਕ ਅਕਾਲ ਪੁਰਖ ਸੁੱਖ ਦਾਤਾ ਪ੍ਰਮਾਤਮਾ ਤੋਂ ਹੀ ਸਾਰੇ ਉਹ ਸੁੱਖ ਉਪਜਦੇ ਹਨ। ਦਰਗੇ ਪੈਂਦਾ ਜਾਏ ਤੇ ਮਨੁੱਖ ਸੱਚ ਦੀ ਸੇਵਾ ਦੇ ਵਿੱਚ ਲੱਗ ਕੇ ਇਸ ਸੰਸਾਰ ਦੇ ਵਿੱਚ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ, ਪ੍ਰਕਿਰਤੀ ਦੀ ਸੇਵਾ ਕਰਦਿਆਂ ਹੋਇਆਂ, ਮਾਨਵਤਾ ਦੀ ਸੇਵਾ ਕਰਦਿਆਂ ਹੋਇਆਂ ਇੱਕ ਦਿਨ ਇੱਜ਼ਤ ਦੇ ਨਾਲ ਸੁਰਖਰੂ ਹੋ ਕੇ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਹੈ। ਰਹਾਉ, ਇਹ ਰਹਾਉ ਦਾ ਬੰਦ ਹੈ। ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਸਾਹਿਬ ਜੀ ਕਿਰਪਾ ਕਰ ਰਹੇ। ਸ਼੍ਰੀ ਰਾਗ ਮਹੱਲਾ ਪੰਜਵਾਂ। ਜਿਨ੍ਹਾਂ ਸਤਿਗੁਰੂ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ। ਜਿਨ੍ਹਾਂ ਨੇ ਸਤਿਗੁਰੂ ਸੱਚੇ ਗੁਰੂ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਗੁਰੂ ਸ਼ਬਦ ਦੇ ਨਾਲ, ਸਿਉਂ ਦਾ ਅਰਥ ਆ ਨਾਲ, ਚਿੱਤ, ਆਪਣੇ ਚਿੱਤ ਨੂੰ ਜੋੜ ਲਿਆ, ਚਿੱਤ ਲਾਇਆ, ਚਿੱਤ ਜੋੜ ਲਿਆ। ਸੇ ਪੂਰੇ ਪ੍ਰਧਾਨ, ਉਹ ਮੰਨੇ ਪ੍ਰਮੰਨੇ ਭਾਵ ਜਾਣੇ ਪਹਿਚਾਣੇ ਬਣ ਜਾਂਦੇ ਹਨ। ਸਾਹਿਬ ਕਹਿੰਦੇ ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦੀ ਮੱਤ ਦੇ ਮੁਤਾਬਕ ਆਪਣੇ ਮਨ ਨੂੰ ਜੋੜ ਲਿਆ, ਉਹ ਸਾਰੇ ਗੁਣਾਂ ਵਾਲੇ ਹੋ ਜਾਂਦੇ ਹਨ। ਉਹਨਾਂ ਦੇ ਅੰਦਰ ਤਮਾਮ ਸੱਚੇ ਗੁਣ ਆ ਵਸਦੇ ਹਨ ਤੇ ਉਹ ਹਰ ਪਲ ਹਰ ਘੜੀ ਹਰ ਸੰਸਾਰ ਦੇ ਵਿੱਚ ਉਹ ਮੰਨੇ ਪ੍ਰਮੰਨੇ ਹੋ ਜਾਂਦੇ ਹਨ। ਭਾਵ ਕਿ ਸਾਰੇ ਜਗਤ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਜੋ ਸੱਚ ਦੇ ਰਸਤੇ ਤੇ ਤੁਰਦੇ ਹਨ। ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ। ਜਿਹੜੇ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਮਰਪਿਤ ਕਰਦੇ ਹਨ, ਆਪਣੀ ਵੱਖਰੀ ਹੋਂਦ ਨੂੰ ਭੁੱਲ ਜਾਂਦੇ ਹਨ, ਆਪਣੇ ਆਪ ਅੰਦਰੋਂ ਅਹੰਕਾਰ ਨੂੰ ਖਤਮ ਕਰ ਦਿੰਦੇ ਹਨ, ਨਿਮਰਤਾ ਪ੍ਰੇਮ ਦੇ ਵਿੱਚ ਜਿਉ ਕੇ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਹਨ ਪਰਿਪੂਰਨ ਪ੍ਰਮਾਤਮਾ ਦੇ ਹੁਕਮ ਦੇ ਵਿੱਚ, ਤੋ ਸਾਹਿਬ ਕਹਿੰਦੇ ਉਹਨਾਂ ਤੇ ਨਿਰੰਕਾਰ ਦਇਆਲੂ ਹੋ ਜਾਂਦਾ ਹੈ, ਦਇਆ ਦੇ ਘਰ ਵਿੱਚ ਆ ਕੇ ਵਰਤਦਾ ਹੈ ਤੇ ਉਹਨਾਂ ਦੇ ਮਨ ਵਿੱਚ ਤਿੰਨ ਉਪਜੈ ਮਨ ਗਿਆਨ। ਉਹਨਾਂ ਦੇ ਮਨ ਦੇ ਵਿੱਚ ਸੱਚ ਦਾ ਗਿਆਨ, ਪਰਮਾਤਮਾ ਦੇ ਜਾਣ ਪਹਿਚਾਣ ਦਾ ਗਿਆਨ ਉਪਜ ਜਾਂਦਾ ਹੈ। ਫਿਰ ਉਹਨਾਂ ਨੂੰ ਹਰ ਜਗ੍ਹਾ ਜ਼ਰੇ ਜ਼ਰੇ ਵਿੱਚ ਪਰਿਪੂਰਨ ਪਰਮਾਤਮਾ ਵਸਦਾ ਨਜ਼ਰ ਆਉਣ ਲੱਗ ਪੈਂਦਾ ਹੈ। ਫਿਰ ਉਹ ਕਦੀ ਕਿਸੇ ਦਾ ਬੁਰਾ ਨਹੀਂ ਚਿਤਵਦੇ, ਕਦੀ ਕਿਸੇ ਦਾ ਮਾੜਾ ਨਹੀਂ ਕਰਦੇ, ਕਦੀ ਕਿਸੇ ਨੂੰ ਐਬਿਊਸ ਲੈਂਗੁਏਜ ਨਹੀਂ ਵਰਤਦੇ, ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦੀ ਹੈ ਸਾਰਿਆਂ ਦੇ ਵਿੱਚ ਹੀ ਨਿਰੰਕਾਰ ਪਰਮਾਤਮਾ ਵਸ ਰਿਹਾ ਹੈ। ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ। ਜਿਨ੍ਹਾਂ ਨੇ ਮਸਤਕ, ਆਪਣੇ ਮੱਥੇ ਵਿੱਚ ਬੈਠੀ ਮੱਤ, ਮਸਤਕ ਪ੍ਰਤੀਕ ਆ ਮੱਥੇ ਦਾ, ਤੇ ਮੱਥੇ ਦੇ ਵਿੱਚ ਕੀ ਪਾਇਆ ਗਿਆ ਹੈ? ਮੱਥੇ ਵਿੱਚ ਆ ਸਾਡਾ ਬ੍ਰੇਨ, ਜਿਹਨੂੰ ਮੱਤ ਕਿਹਾ ਜਾਂਦਾ ਹੈ। ਮੱਤ ਹੀ ਇਸ ਮਨ ਦਾ ਅੰਕੁਸ਼ ਹੈ। ਜੇ ਮੱਤ ਦਾ ਗਿਆਨ ਗੁਰੂ ਦੀ ਮੱਤ ਮੁਤਾਬਕ ਹੋਵੇਗਾ ਤੇ ਜਿਹੜੇ ਮਨੁੱਖ ਦੇ ਜੀਵਨ ਦੇ ਵਿੱਚ ਵਿਕਾਰ ਤੇ ਸੋਚ ਜਿਹੜੀ ਪ੍ਰਗਟ ਹੁੰਦੀ ਹੈ ਉਹ ਬੰਦਸ਼ ਵਿੱਚ ਹੋਵੇਗੀ। ਮਨੁੱਖ ਦੇ ਅੰਦਰ ਕਈ ਤਰੀਕੇ ਦੇ ਖਿਆਲਾਂ ਦਾ ਉਪਜਨ ਰਹਿੰਦਾ ਹੈ। ਖਿਆਲ ਬਣਦੇ ਨੇ, ਪੈਦਾ ਹੁੰਦੇ ਨੇ, ਮਰਦੇ ਨੇ। ਪਰ ਜੇ ਮਤ ਮਨੁੱਖ ਦੀ ਸੁਚੇਤ ਹੈ, ਜਿਹਨੂੰ ਅਕਲ ਕਹਿੰਦੇ ਆ, ਅਕਲ ਮਨੁੱਖ ਅਕਲ ਵਾਲਾ ਹੈ, ਸਮਝਦਾਰ ਆ, ਜੇ ਉਹਦੇ ਮੱਥੇ ਦੇ ਉੱਪਰ ਉਹ ਮਸਤਕ ਦੇ ਰਾਹੀਂ ਚੰਗੇ ਸੁਭਾਅ ਦੇ ਕਰਮ ਲਿਖ ਰਿਹਾ ਹੈ। ਜਿਨ ਕੋ ਮਸਤਕ ਲਿਖਿਆ, ਜਿਨ੍ਹਾਂ ਨੇ ਆਪਣੇ ਮਸਤਕ ਦੇ ਵਿੱਚ ਭਾਵ ਮੱਥੇ ਦੇ ਵਿੱਚ ਮੱਤ ਦੇ ਰਾਹੀਂ ਚੰਗੇ ਕੰਮ ਲਿਖਣੇ ਸ਼ੁਰੂ ਕਰ ਦਿੱਤੇ, ਗੁਰੂ ਦੀ ਮੱਤ ਤੇ ਚੱਲ ਕੇ ਚੰਗੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਅੱਜ ਜਿਹੜਾ ਪ੍ਰੈਜ਼ੈਂਟ ਦੇ ਵਿੱਚ ਉਹ ਚੰਗੇ ਕੰਮ ਲਿਖਣ ਲੱਗ ਪਏ, ਲੋਕਾਂ ਦਾ ਭਲਾ ਕਰਨ ਲੱਗ ਪਏ, ਕਿਸੇ ਦਾ ਹੁਣ ਬੁਰਾ ਨਹੀਂ ਕਰਦੇ। ਇਹ ਜਿਹੜੇ ਉਹ ਲੇਖ ਲਿਖ ਰਹੇ ਨੇ, ਤਿਨ ਪਾਇਆ ਹਰ ਨਾਮ। ਸੱਚ ਜਾਣਿਓ ਉਹਨਾਂ ਨੂੰ ਹੀ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਉਹੀ ਪਰਿਪੂਰਨ ਪਰਮਾਤਮਾ ਵਾਲੇ ਬਣਦੇ ਹਨ, ਉਹਨਾਂ ਦੇ ਨਾਲ ਹੀ ਪਰਿਪੂਰਨ ਪਰਮਾਤਮਾ ਦਾ ਰਿਸ਼ਤਾ ਬਣਦਾ ਹੈ।
मन मेरे एको नाम ध्याए। हे मेरे मन, फिर सिर्फ परमात्मा दे नाम नूं ही चेते कर, क्योंकि ਉਹੀ ਸਾਰਿਆਂ ਦਾ ਮਾਲਕ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਸਰਬ ਸੁਖਾਂ ਸੁਖ ਉਪਜੈ, ਦਰਗਹ ਪੈਂਦਾ ਜਾਏ। ਕਿਉਂਕਿ ਪਰਿਪੂਰਨ ਪਰਮਾਤਮਾ ਦੇ ਗਿਆਨ ਤੋਂ ਹੀ, ਉਹਦੀ ਚਿੰਤਨ ਕਰਕੇ, ਉਹਦੇ ਹੁਕਮ ਦੇ ਵਿੱਚ ਤੁਰ ਕੇ ਹੀ ਸਾਰੇ ਸੁੱਖ ਮਨੁੱਖ ਦੇ ਅੰਦਰ ਪੈਦਾ ਹੁੰਦੇ ਨੇ। ਸਾਰੇ ਆਤਮਿਕ ਤੌਰ ਤੇ ਮਨੁੱਖ ਦਾ ਮਨ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਹੈ। ਫਿਰ ਉਹ ਸਦਾ ਮਾਨਵਤਾ ਦੀ ਸੇਵਾ ਕਰਦਿਆਂ ਕਰਦਿਆਂ ਇੱਜ਼ਤ ਵਾਲਾ, ਨਾਮ ਵਾਲਾ ਬਣ ਕੇ ਆਪਣੇ ਜੀਵਨ ਨੂੰ ਸਫਲ ਕਰਕੇ ਪਰਮਾਤਮਾ ਨਾਲ ਇਕਮਿਕ ਹੋ ਜਾਂਦਾ ਹੈ। ਰਹਾਓ। ਜਨਮ ਮਰਨ ਕਾ ਭਉ ਗਿਆ, ਭਾਉ ਭਗਤ ਗੋਪਾਲ। ਜਨਮ ਮਰਨ, ਮਨੁੱਖ ਦੇ ਜੀਵਨ ਦੇ ਵਿੱਚ ਹਮੇਸ਼ਾ ਮੌਤ ਦਾ ਭੈ ਬਣਿਆ ਰਹਿੰਦਾ ਹੈ ਕਿ ਮੈਨੂੰ ਮੌਤ ਨਾ ਆਵੇ। ਤੇ ਜਿਹੜੇ ਇਨਸਾਨ ਗੁਰੂ ਦੀ ਮੱਤ ਤੇ ਤੁਰ ਪੈਂਦੇ ਹਨ, ਪਰਮਾਤਮਾ ਦੀ ਰਜ਼ਾ ਤੇ ਭਾਣੇ ਨੂੰ ਅਪਣਾ ਲੈਂਦੇ ਹਨ, ਹਮੇਸ਼ਾ ਹੀ ਸੱਚ ਦੇ ਰਸਤੇ ਤੇ ਤੁਰਦੇ ਹਨ, ਉਹ ਕਦੀ ਵੀ ਕਿਸੇ ਵੀ ਤਰੀਕੇ ਦੇ ਡਰ ਤੋਂ ਨਹੀਂ ਡਰਦੇ। ਉਹਨਾਂ ਦੇ ਅੰਦਰੋਂ ਗੱਲ ਕੀ ਸਾਰੇ ਡਰ ਮੁੱਕ ਜਾਂਦੇ ਹਨ। ਜਨਮ ਮਰਨ ਕਾ ਭਉ ਗਿਆ। ਭਉ ਦਾ ਅਰਥ ਹੈ ਡਰ, ਗਿਆ ਦਾ ਅਰਥ ਹੈ ਚਲਾ ਗਿਆ, ਭਾਉ ਦਾ ਅਰਥ ਹੈ ਪ੍ਰੇਮ, ਭਗਤ ਦਾ ਅਰਥ ਹੈ ਭਗਤੀ, ਗੋਪਾਲ ਧਰਤੀ ਦੀ ਪ੍ਰਤਿਪਾਲਨਾ ਕਰਨ ਵਾਲਾ ਪਰਮਾਤਮਾ। ਸਭ ਕਹਿੰਦੇ ਜਿਹੜੇ ਮਨੁੱਖ ਅਕਾਲ ਪੁਰਖ ਪਰਮਾਤਮਾ ਪ੍ਰਭੂ ਦੀ ਭਗਤੀ ਕਰਦੇ ਹਨ, ਉਹਦੀ ਬੰਦਗੀ ਵਿੱਚ ਲੱਗਦੇ ਹਨ, ਉਹਦੇ ਦੱਸੇ ਹੋਏ ਗੁਣਾਂ ਮੁਤਾਬਕ ਆਪਣਾ ਜੀਵਨ ਜਿਉਂਦੇ ਹਨ, ਉਹ ਸਦਾ ਵਾਸਤੇ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗ ਜਾਂਦੇ ਹਨ। ਉਹਨਾਂ ਦੇ ਅੰਦਰੋਂ ਜਨਮ ਮਰਨ ਦੀ ਮੌਤ ਦਾ ਡਰ, ਆਤਮਿਕ ਮੌਤ ਦਾ ਡਰ ਖਤਮ ਹੋ ਜਾਂਦਾ ਹੈ। ਸਾਰੇ ਭੈ ਦੂਰ ਹੋ ਜਾਂਦੇ ਨੇ, ਉਹ ਨਿਡਰ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਫਿਰ ਕਿਸੇ ਦਾ ਡਰ ਨਹੀਂ ਰਹਿੰਦਾ। ਉਹ ਸੱਚ ਨਾਲ ਡਟ ਕੇ ਖੜ੍ਹਦੇ ਹਨ। ਬਾਬਾ ਕਬੀਰ ਜੀ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਸੀ ਡਰਾ ਸਕੀ, ਕਿਉਂਕਿ ਉਹਨਾਂ ਨੇ ਇਸ ਗੱਲ ਨੂੰ ਅਹਿਸਾਸ ਕਰ ਲਿਆ ਸੀ ਕਿ ਪ੍ਰਮਾਤਮਾ ਜਦ ਮੇਰੇ ਨਾਲ ਆ, ਪ੍ਰਮਾਤਮਾ ਸੱਚਾ ਹੈ ਤੇ ਪ੍ਰਮਾਤਮਾ ਨੇ ਵੰਡੀਆਂ ਨਹੀਂ ਪਾਈਆਂ। ਪ੍ਰਮਾਤਮਾ ਨਹੀਂ ਵੰਡੀਆਂ ਪਾਉਂਦਾ ਕਿ ਇਹ ਬ੍ਰਾਹਮਣ ਆ, ਇਹ ਖੱਤਰੀ ਹੈ, ਇਹ ਸ਼ੂਦਰ ਹੈ, ਇਹ ਵੈਸ਼ ਹੈ। ਇਹ ਵੱਡੀਆਂ ਇਹ ਸ਼ਰਾਰਤੀ ਮਨੁੱਖ ਨੇ ਪਾਈਆਂ ਨੇ। ਇਸੇ ਕਰਕੇ ਬਾਬਾ ਕਬੀਰ ਜੀ ਨਿਡਰ ਹੋ ਕੇ ਸੱਚ ਦੇ ਨਾਲ ਖੜ ਗਏ। ਉਹਨਾਂ ਨੇ ਡਟ ਕੇ ਵਿਰੋਧ ਕੀਤਾ ਤਮਾਮ ਉਹਨਾਂ ਕਰਮ ਕਾਂਡਾਂ ਤੇ ਉਹਨਾਂ ਪਖੰਡਾਂ ਦਾ। ਕਿੰਨੀ ਡੰਕੇ ਦੀ ਚੋਟ ਤੇ ਬਾਬਾ ਕਬੀਰ ਜੀ ਜਦੋਂ ਇਹ ਗੱਲ ਕਹਿੰਦੇ ਨੇ, ਪੰਡਤ ਮੁੱਲਾ ਜੋ ਲਿਖ ਦਿਆ, ਛਾੜ ਚੱਲੇ ਹਮ ਕਛੂ ਨਾ ਲਿਆ। ਇਸ ਗੱਲ ਨੂੰ ਕਿਤੇ ਸਮਝ ਜਾਈਏ ਨਾ ਤੇ ਅੱਜ ਸਾਡੀਆਂ ਬਹੁਤਾਤ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ। ਅੱਜ ਵੀ ਅਸੀਂ ਉਹੀ ਕਹਾਣੀਆਂ ਸਾਡੇ ਵਿੱਚ ਪ੍ਰਚਲਿਤ ਨੇ ਜੋ ਪੰਡਤਾਂ ਨੇ ਲਿਖੀਆਂ, ਜੋ ਮੁੱਲਿਆਂ ਨੇ ਲਿਖੀਆਂ। ਅਸੀਂ ਉਹੀ ਕਿਤਾਬਾਂ ਦੇ ਦ੍ਰਿਸ਼ਟੀਕੋਣਾਂ ਦੇ ਵਿੱਚੋਂ ਉਹਨਾਂ ਦੇ ਉਦਾਹਰਨਾਂ ਦੇ ਦੇ ਕੇ ਇਹ ਦੱਸ ਰਹੇ ਹਾਂ, ਆਹ ਲਿਖਿਆ, ਆਹ ਲਿਖਿਆ। ਕਦੀ ਗੁਰਬਾਣੀ ਚੋਂ ਗੁਰੂ ਜੀ ਨੇ ਜੋ ਲਿਖਿਆ ਉਹਦੀ ਉਦਾਹਰਨ ਨਹੀਂ ਦੇ ਰਹੇ, ਕਿਉਂਕਿ ਗੁਰਬਾਣੀ ਨੂੰ ਅਸੀਂ ਸਮਝਣ ਨੂੰ ਤਿਆਰ ਨਹੀਂ ਹਾਂ। ਗੁਰਮਤਿ ਸਤਿਗੁਰ ਨੇ ਆਪ ਲਿਖੀ ਹੈ। ਗੁਰਬਾਣੀ ਇੱਕ ਹਿਸਟਰੀ ਹੈ। ਗੁਰਬਾਣੀ ਇੱਕ ਉਹ ਅੰਮ੍ਰਿਤਮਈ ਦਾਤ ਹੈ ਜਿਹਦਾ ਇੱਕ ਇੱਕ ਅੱਖਰ ਸਤਿਗੁਰੂ ਸਾਹਿਬਾਨ ਨੇ ਆਪਣੇ ਹੱਥੀਂ ਸੰਭਾਲਿਆ ਤੇ ਲਿਖਿਆ। ਪਰ ਇਤਿਹਾਸ ਸ਼ਾਇਦ ਕਿਸੇ ਮੌਲਵੀ ਨੇ ਲਿਖ ਦਿੱਤਾ ਹੋਵੇ, ਕਿਸੇ ਪੰਡਤ ਨੇ ਲਿਖ ਦਿੱਤਾ ਹੋਵੇ। ਬਾਬਾ ਕਬੀਰ ਜੀ ਕਹਿੰਦੇ ਮੈਂ ਦੋਵੇਂ ਛੱਡ ਦਿੱਤੇ ਨੇ, ਪੰਡਤ ਮੁੱਲਾ ਜੋ ਲਿਖਦੀ ਆ ਤੁਸੀਂ ਸੰਭਾਲ ਕੇ ਬੈਠੋ ਪੰਡਤਾਂ ਦੀਆਂ ਕਥਾਵਾਂ ਨੂੰ, ਤੁਸੀਂ ਸੰਭਾਲ ਕੇ ਬੈਠੋ ਮੁਲਾਨੇ ਦੀਆਂ ਗਥਾਵਾਂ ਨੂੰ। ਮੈਂ ਤੇ ਇਹਨਾਂ ਨੂੰ ਛੱਡ ਦਿੱਤਾ, ਛਾੜ ਚਲੇ ਹਮ ਕਛੂ ਨਾ ਲਈਆ। ਛੱਡ ਦਿੱਤਾ ਮੈਂ ਸਭ ਕੁਝ। ਜਿਹੜਾ ਤੁਹਾਡੇ ਧਾਰਮਿਕ ਪੁਸਤਕਾਂ ਵੰਡਾਂ ਪਾਉਂਦੀਆਂ ਨੇ ਕਿ ਇਹ ਖੱਤਰੀ ਹੈ, ਇਹ ਬ੍ਰਾਹਮਣ ਹੈ, ਇਹ ਸ਼ੂਦਰ ਹੈ, ਇਹ ਵੈਸ਼ ਹੈ, ਇਹ ਧਾਰਮਿਕ ਗ੍ਰੰਥ ਤੁਸੀਂ ਆਪਣੇ ਕੋਲ ਸੰਭਾਲ ਕੇ ਰੱਖੋ, ਮੈਨੂੰ ਦੱਸਣ ਦੀ ਲੋੜ ਨਹੀਂ। ਇਹ ਡਰ ਜਦੋਂ ਜੀਵਨ ਵਿੱਚੋਂ ਮੁੱਕ ਜਾਂਦਾ ਹੈ, ਇਹ ਉਦੋਂ ਮੁੱਕਦਾ ਹੈ ਜਦੋਂ ਪ੍ਰੀਤਮ ਦੀ ਭਗਤੀ ਦੇ ਵਿੱਚ ਮਨ ਇੰਨਾ ਖੁੱਭ ਜਾਂਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਂਗੂ ਫਿਰ ਇਹ ਸਲੋਗਨ ਬਣ ਜਾਂਦਾ ਹੈ, ਨਾਰਾ ਬਣ ਜਾਂਦਾ ਹੈ, ਭੈ ਕਾਹੂ ਕੋ ਦੇਤ ਨੈ ਪੈ ਮਾਨਤਾਨ। ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ। ਸਾਧੂ ਦਾ ਅਰਥ ਹੈ ਗੁਰੂ, ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਸੰਗਤ ਦਾ ਅਰਥ ਹੈ ਗੁਰੂ ਜੀ ਦੀ ਸੰਗਤ ਕਰਨੀ, ਗੁਰੂ ਜੀ ਕੀ ਸੰਗਤ ਕੀਤਿਆਂ ਕੀ ਹੋਵੇਗਾ? ਨਿਰਮਲਾ, ਮਨ ਮੈਲ ਤੋਂ ਰਹਿਤ ਹੋ ਜਾਵੇਗਾ।
ਆਪ ਕਰੇ ਪ੍ਰਤਿਪਾਲ। ਸਮਝ ਆ ਜਾਵੇਗੀ ਪਰਮਾਤਮਾ ਆਪ ਹੀ ਹੈ ਜੋ ਸਾਡੀ ਰਾਖੀ ਵਿਕਾਰਾਂ ਤੋਂ ਕਰਦਾ ਹੈ, ਜੋ ਸਾਨੂੰ ਹਰ ਵਕਤ ਵਿਕਾਰਾਂ ਤੋਂ ਬਚਾਉਂਦਾ ਹੈ। ਸਤਿਗੁਰ ਦੀ ਸੰਗਤ ਵਿੱਚ ਰਹਿ ਕੇ ਮਨ ਵਿੱਚ ਪਵਿੱਤਰ ਖਿਆਲ ਉਪਜਦੇ ਹਨ, ਜੀਵਨ ਪਵਿੱਤਰਤਾ ਵਾਲਾ ਬਣ ਜਾਂਦਾ ਹੈ ਤੇ ਇਹ ਸਮਝ ਆ ਜਾਂਦੀ ਹੈ, ਇਹ ਅਰਦਾਸ ਬਣ ਜਾਂਦੀ ਹੈ, ਹੇ ਪ੍ਰਭੂ ਜੀ ਤੁਸੀਂ ਕਿਰਪਾ ਕਰੋ, ਮੈਨੂੰ ਸਦਾ ਇਹਨਾਂ ਵਿਕਾਰਾਂ ਤੋਂ, ਇਸ ਗੰਦੀ ਸੋਚ ਤੋਂ, ਮੈਲੇ ਵਿਚਾਰਾਂ ਤੋਂ ਬਚਾ ਕੇ ਰੱਖੋ ਤੇ ਮੇਰੇ ਅੰਦਰ ਸਦਾ ਪਵਿੱਤਰਤਾ ਤੇ ਆਨੰਦ ਦਾ ਝਰਨਾ ਵਰਦਾ ਰਵੇ। ਜਨਮ ਮਰਨ ਕੀ ਮਲ ਕੱਟੀਐ, ਗੁਰ ਦਰਸ਼ਨ ਦੇਖ ਨਿਹਾਲ। ਕਹਿੰਦੇ ਜਨਮ ਮਰਨ ਦੀ ਮੈਲ ਕੱਟੀ ਗਈ। ਹੁਣ ਇੱਥੇ ਥੋੜਾ ਜਿਹਾ ਗੁਰਮਤਿ ਫਿਲਾਸਫੀ ਨੂੰ ਸਮਝੀਏ। ਜਨਮ ਕੀ ਹੈ, ਮੌਤ ਕੀ ਹੈ? ਤੁਸੀਂ ਕਦੀ ਆਪਣੇ ਆਪ ਉੱਤੇ ਵਿਚਾਰਨਾ, ਥੋੜੀ ਜਿਹੀ ਕੋਸ਼ਿਸ਼ ਕਰਕੇ ਦੇਖਣਾ। ਅਸੀਂ ਇੱਕ ਸੈਕਿੰਡ ਦੇ ਵਿੱਚ ਜਨਮ ਲੈਂਦੇ ਹਾਂ ਤੇ ਇੱਕ ਸੈਕਿੰਡ ਵਿੱਚ ਸਾਡੀ ਮੌਤ ਹੈ। ਸੈਕਿੰਡ ਆਇਆ, ਜਨਮ ਲੈ, ਸਵਾਸ ਆਇਆ, ਇਹ ਜਨਮ ਆ। ਸਵਾਸ ਗਿਆ, ਇਹ ਮੌਤ ਆ। ਜੇ ਆ ਗਿਆ ਹੈ, ਜ਼ਿੰਦਗੀ ਹੈ, ਅਸੀਂ ਜੀਵਨ ਜਿਉ ਰਹੇ ਹਾਂ। ਜੇ ਉਹ ਜਿਹੜਾ ਸਵਾਸ ਗਿਆ ਵਾਪਸ ਨਹੀਂ ਆਇਆ, ਇੱਕ ਸੈਕਿੰਡ ਵਿੱਚ ਮੌਤ ਹੈ। ਇੱਕ ਸਵਾਸ ਦੀ ਮੌਤ ਆ, ਦੂਜੇ ਦਾ ਜਨਮ ਆ, ਫਿਰ ਮਰਦਾ ਹੈ, ਫਿਰ ਜਨਮਿਆ। ਹੁਣ ਜਨਮ ਵੇਲੇ ਜਦੋਂ ਸਾਡੇ ਵਿੱਚ ਸਵਾਸ ਜਨਮਿਆ, ਉਦੋਂ ਸਾਡੇ ਵਿਚਾਰ ਕੀ ਸਨ, ਸਾਡੇ ਖਿਆਲਾਤ ਕੀ ਸਨ? ਜੇ ਮੈਂ ਆਪਣੇ ਉਹਨਾਂ ਸਵਾਸਾਂ ਦੇ ਵਿੱਚ ਕਿਸੇ ਦਾ ਬੁਰਾ ਸੋਚ ਰਿਹਾ ਸੀ, ਕਿਸੇ ਦਾ ਮੈੜਾ ਸੋਚ ਰਿਹਾ ਸੀ, ਕਿਸੇ ਦਾ ਬੁਰਾ ਕਰਨ ਬਾਰੇ ਸੋਚ ਰਿਹਾ ਸੀ, ਹੁਣ ਉਹ ਜਿਹੜੀ ਲੜੀ ਜੁੜੀ ਹੈ ਸਵਾਸ ਆਉਣ ਜਾਣ ਦੀ, ਉਹਦੇ ਵਿੱਚ ਮੈਲੇ ਵਿਚਾਰ ਪੈਦਾ ਹੋ ਰਹੇ ਨੇ, ਮੈਲੇ ਖਿਆਲ ਪੈਦਾ ਹੋ ਰਹੇ ਨੇ। ਉਹ ਅਸਰ ਜਾ ਕੇ ਕਿੱਥੇ ਕਰ ਰਹੇ ਨੇ? ਉਹ ਕਾਲਕ ਬਣ ਕੇ ਮੇਰੇ ਮਨ ਤੇ ਚਿੰਬੜ ਰਹੇ ਨੇ, ਜਿਹਦੇ ਨਾਲ ਮੇਰਾ ਸੁਭਾਅ ਤਬਦੀਲ ਹੋ ਰਿਹਾ ਹੈ ਬੁਰਾਈ ਵੱਲ ਨੂੰ, ਅਪਰਾਧ ਵੱਲ ਨੂੰ। ਤੋ ਸਾਹਿਬ ਕਹਿੰਦੇ ਇਹ ਨਿਰੰਤਰ ਮੈਲ ਇਸ ਮਨ ਤੇ ਲੱਗ ਰਹੀ ਹੈ, ਜਿਹਨੂੰ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸ਼ਾ। ਐਨ ਕਾਲਾ ਸ਼ਾਹ ਬਣਿਆ ਪਿਆ, ਕਿਉਂਕਿ ਅਸੀਂ ਸੁਚੇਤ ਨਹੀਂ ਹਾਂ, ਅਸੀਂ ਸਮਝਦਾਰ ਨਹੀਂ ਹਾਂ, ਸੁੱਤੇ ਹੋਏ ਹਾਂ, ਜਾਗਦੇ ਹੋਏ ਨਹੀਂ ਹਾਂ। ਜਾਗਰਤ ਗੁਰੂ ਦੇ ਸਿੱਖ ਦੀ ਨਿਸ਼ਾਨੀ ਇਹ ਹੈ ਕਿ ਉਹ ਆਪਣੇ ਇੱਕ ਸਿਮਰਨ, ਇੱਕ ਪਲ ਦੇ ਸਵਾਸ ਦੇ ਵਿੱਚ ਵਾਹਿਗੁਰੂ ਨੂੰ ਯਾਦ ਰੱਖਦਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਬਾਰ-ਬਾਰ ਬਾਣੀ 'ਚ ਕਿਹਾ, ਕਹਿੰਦੇ ਸਾਹਾ ਸਾਹਾ ਤੁਝ ਸੰਭਲਾਂ, ਹਰ ਸਵਾਸ ਵਿੱਚ ਮੈਂ ਤੇਰੀ ਸੰਭਾਲ ਕਰਾਂ, ਕਿਉਂਕਿ ਇੱਕ ਵੀ ਸਵਾਸ ਵਿੱਚ ਮੈਲ ਨਾ ਮੇਰੇ ਜੀਵਨ 'ਚ ਆਵੇ। ਜਨਮ ਮਰਨ ਕੀ ਮਲ ਕੱਟੀ ਹੈ, ਗੁਰ ਦਰਸ਼ਨ ਦੇਖ ਨਿਹਾਲ। ਹੁਣ ਗੁਰੂ ਜੀ ਦੇ ਦਰਸ਼ਨ ਕਰਕੇ, ਗੁਰੂ ਜੀ ਦੀ ਬੰਦਗੀ ਕਰਕੇ, ਗੁਰੂ ਜੀ ਦੀ ਮੱਤ ਤੇ ਚੱਲ ਕੇ, ਗੁਰੂ ਜੀ ਦੇ ਹੁਕਮ ਨੂੰ ਅਪਣਾ ਕੇ, ਗੁਰੂ ਜੀ ਦੇ ਰਸਤੇ ਨੂੰ ਅਪਣਾ ਕੇ, ਗੁਰੂ ਜੀ ਦੇ ਗਿਆਨ ਤੇ ਚੱਲ ਕੇ ਕੀ ਹੋਇਆ? ਮੇਰਾ ਤਨ ਮਨ ਖਿੜ ਗਿਆ, ਮੇਰੇ ਹਿਰਦੇ ਦੇ ਵਿੱਚੋਂ ਮੈਲ ਖਤਮ ਹੋ ਗਈ, ਮਨ ਨਿਰਮਲ ਹੋ ਗਿਆ। ਕਦੀ ਫੀਲ ਕਰਨਾ ਕਿੰਨਾ ਸਕੂਨ ਮਿਲਦਾ ਹੈ ਚੰਗੀ ਸੋਚ ਕੇ। ਤੁਸੀਂ ਕਿਸੇ ਦਾ ਭਲਾ ਕਰਕੇ ਵੇਖੋ, ਤੁਹਾਡੇ ਅੰਦਰ ਇੱਕ ਪਿਆਰ ਦੀ ਐਸੀ ਕਿਰਨ ਜਾਗੇਗੀ, ਸਾਰਾ ਦਿਨ ਤੁਸੀਂ ਖੁਸ਼ੀ ਦੇ ਵਿੱਚ ਰਹੋਗੇ। ਕਿਸੇ ਦਾ ਭਲਾ ਕਰਕੇ ਦੇਖੋ, ਕਿਸੇ ਦਾ ਬੁਰਾ ਕਰਕੇ ਵੇਖੋ, ਤੁਹਾਡਾ ਮਨ ਸਹਿਮ ਦੇ ਵਿੱਚ ਰਹੇਗਾ। ਜਦੋਂ ਨਿਤ ਮਨੁੱਖ ਖੁਸ਼ੀਆਂ ਵੰਡਣੀਆਂ ਸ਼ੁਰੂ ਕਰਦਾ ਹੈ, ਪ੍ਰੇਮ ਵੰਡਣਾ ਸ਼ੁਰੂ ਕਰਦਾ ਹੈ, ਇਹਦੇ ਅੰਦਰੋਂ ਫਿਰ ਮੈਲ ਜਿਹੜੀ ਹੈ ਨਾ ਵਿਕਾਰਾਂ ਦੀ, ਉਹ ਲੱਥਣ ਲੱਗ ਪੈਂਦੀ ਹੈ। ਗੁਰਦਰਸ਼ਨ ਦੇਖ ਨਿਹਾਲ। ਫਿਰ ਸਤਿਗੁਰੂ ਕੀ ਬਾਣੀ ਦੀ ਵਿਚਾਰ ਕੀਤੇ ਆ। ਗੁਰੂ ਜੀ ਦੇ ਦਰਸ਼ਨ ਕੀ ਹੈ? ਗੁਰੂ ਦੀ ਮੱਤ ਤੇ ਚੱਲਣਾ, ਗੁਰੂ ਜੀ ਦੀ ਬਾਣੀ ਦੀ ਵਿਚਾਰ ਕਰਨੀ, ਗੁਰੂ ਜੀ ਦੇ ਹੁਕਮ ਨੂੰ ਜੀਵਨ 'ਚ ਵਸਾਉਣਾ। ਫਿਰ ਇਹ ਦੇਖ ਕੇ ਜੀਵਨ ਨਿਹਾਲ ਹੋ ਜਾਂਦਾ ਹੈ, ਚੜ੍ਹਦੀ ਕਲਾ ਵਿੱਚ ਚਲੇ ਜਾਂਦਾ ਹੈ। ਥਾਨ ਥਨੰਤਰ ਰਵ ਰਿਆ, ਪਾਰ ਬ੍ਰਹਮ ਪ੍ਰਭ ਸੋਏ। ਹੁਣ ਇਹ ਸਮਝ ਪੈ ਗਈ ਹੈ, ਉਹ ਪਰਿਪੂਰਨ ਪਰਮਾਤਮਾ ਹਰੇਕ ਥਾਂ ਵਿੱਚ ਵਿਆਪਕ ਹੈ, ਹਰ ਜਗ੍ਹਾ ਉਹ ਵਸਿਆ ਹੋਇਆ ਹੈ, ਹਰ ਜਗ੍ਹਾ ਉਹ ਟਿਕਿਆ ਹੋਇਆ ਹੈ। ਸਭਨਾ ਦਾਤਾ ਏਕ ਹੈ, ਉਹ ਆਪ ਹੀ ਹੈ ਜੋ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਸਾਰਿਆਂ ਦਾ ਮਾਲਕ ਹੈ, ਦੂਜਾ ਨਾ ਹੀ ਕੋਈ। ਉਸ ਦੇ ਬਰਾਬਰ ਹੋਰ ਕੋਈ ਵੀ ਹੋ ਹੀ ਨਹੀਂ ਸਕਦਾ। ਤਿਸ ਸਰਣਾਈ ਛੁਟੀਐ, ਕੀਤਾ ਲੋੜੈ ਸੋ ਹੋਏ। ਛੁਟੀਏ ਦਾ ਅਰਥ ਹੈ ਵਿਕਾਰਾਂ ਦੀ ਮੈਲ ਤੋਂ ਛੁਟਕਾਰਾ ਪਾ ਲੈਣਾ। ਕੀਤਾ ਲੋੜੈ, ਕਰਨਾ ਪਸੰਦ ਕਰਨਾ। ਸਦਕਿਨ ਤਿਸ ਸ਼ਰਨਾਈ ਛੁੱਟੀ ਹੈ, ਉਸ ਦੀ ਸ਼ਰਨ ਵਿੱਚ ਆਪਣੇ ਆਪ ਨੂੰ ਸਮਰਪਣ ਕੀਤਿਆਂ ਹੀ
ਇਹਨਾਂ ਵਿਕਾਰਾਂ ਤੋਂ ਛੁਟਕਾਰਾ ਹੋ ਸਕਦਾ ਹੈ। ਕੀਤਾ ਲੋੜ ਐਸੋ ਹੋਏ। ਉਸੇ ਦੇ ਹੀ ਚਰਨਾਂ ਵਿੱਚ ਪੈ ਕੇ ਜੀਵਨ ਸੱਚ ਦੇ ਰਾਹ ਤੇ ਤੁਰਦਾ ਹੈ ਤੇ ਸਮਝ ਪੈ ਜਾਂਦੀ ਹੈ ਉਹੀ ਹੋਣਾ ਹੈ ਜੋ ਪ੍ਰਮਾਤਮਾ ਨੂੰ ਪਾਉਂਦਾ ਹੈ। ਫਿਰ ਆਪਣੀਆਂ ਸਿਆਣਪਾਂ, ਆਪਣੀਆਂ ਚਤੁਰਾਈਆਂ ਮਨੁੱਖ ਦੀਆਂ ਜੀਵਨ ਵਿੱਚੋਂ ਮੁੱਕ ਜਾਂਦੀਆਂ ਹਨ। ਆਖਰੀ ਬੰਦ ਹੈ ਪਾਵਨ ਸ਼ਬਦ ਦਾ, ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ। ਜਿਨ੍ਹਾਂ ਮਨੁੱਖਾਂ ਦੇ ਮਨ ਦੇ ਵਿੱਚ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਵਸ ਗਿਆ, ਟਿਕ ਗਿਆ, ਉਹਨਾਂ ਨੂੰ ਸਾਰੇ ਜਗਤ ਵਿੱਚ ਆਦਰ, ਸਤਿਕਾਰ, ਮਾਣ ਮਿਲਦਾ ਹੈ। ਉਹ ਬੜੇ ਸ੍ਰੇਸ਼ਟ ਗੁਣਾਂ ਦੇ ਮਾਲਕ ਬਣ ਜਾਂਦੇ ਹਨ। ਉਹਨਾਂ ਦੇ ਅੰਦਰ ਚੰਗੇ ਗੁਣਾਂ ਦਾ ਵਾਸਾ ਹੋ ਜਾਂਦਾ ਹੈ। ਤਿਨ ਕੀ ਸੋਭਾ ਨਿਰਮਲੀ ਪ੍ਰਗਟ ਪਹੀ ਜਹਾਨ। ਉਹਨਾਂ ਦੇ ਨਿਰਮਲ ਸੁਭਾਅ ਕਰਕੇ, ਨਿਰਮਲ ਜੀਵਨ ਕਰਕੇ, ਚੰਗੇ ਵਿਵਹਾਰ ਕਰਕੇ ਹਰ ਕੋਈ ਉਹਨਾਂ ਦੀ ਸੋਭਾ ਕਰਦਾ ਹੈ, ਹਰ ਕੋਈ ਉਹਨਾਂ ਦੀ ਵਡਿਆਈ ਕਰਦਾ ਹੈ, ਕਿਉਂਕਿ ਉਹਨਾਂ ਦੇ ਚੰਗੇ ਕਰਮਾਂ ਤੋਂ ਲੋਕੀ ਪ੍ਰਭਾਵਿਤ ਹੁੰਦੇ ਨੇ ਤੇ ਉਹਨਾਂ ਦੀ ਵਡਿਆਈ ਸਾਰੇ ਜਹਾਨ ਦੇ ਵਿੱਚ ਪ੍ਰਗਟ ਹੁੰਦੀ ਹੈ। ਹਰ ਕੋਈ ਉਹਨਾਂ ਨੂੰ ਸਲੂਟ ਕਰਦਾ ਹੈ, ਉਹਨਾਂ ਦਾ ਸਤਿਕਾਰ ਤੇ ਸਨਮਾਨ ਕਰਦਾ ਹੈ। ਜਿਨ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ। ਹੇ ਨਾਨਕ, ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਦਾ ਚਿੰਤਨ ਕੀਤਾ ਹੈ, ਜਿਨ੍ਹਾਂ ਨੇ ਨਿਰੰਕਾਰ ਨੂੰ ਜੀਵਨ ਵਿੱਚ ਵਸਾ ਲਿਆ ਹੈ, ਸਭ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ ਹਾਂ, ਉਹਨਾਂ ਤੋਂ ਬਲਿਹਾਰ ਜਾਣਾ ਹਾਂ ਜੋ ਗੁਰੂ ਵਾਲੇ ਬਣ ਗਏ ਹਨ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਰੂ ਨੂੰ ਵਸਾ ਲਿਆ ਹੈ। ਸੋ ਅੱਜ ਦਾ ਇਹ ਪਾਵਨ ਸ਼ਬਦ ਸ਼੍ਰੀ ਰਾਗ ਦਾ 80 ਨੰਬਰ ਸ਼ਬਦ ਆ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਬੇਅੰਤ ਭੁੱਲਾਂ ਗਲਤੀਆਂ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਨੇ। ਆਪ ਗੁਰੂ ਪਿਆਰੀ ਸੰਗਤ ਬਖਸ਼ਣਯੋਗ ਹੋ। ਦੱਸਿਓ, ਫੀਡਬੈਕ ਜ਼ਰੂਰ ਦਿਆ ਕਰੋ ਕਿਵੇਂ ਲੱਗੇ ਅੱਜ ਦੇ ਵਿਚਾਰ। ਸੋ ਆਪ ਸਾਰਿਆਂ ਦਾ ਇੱਕ ਵਾਰੀ ਫਿਰ ਤਹਿ ਦਿਲੋਂ ਧੰਨਵਾਦੀ ਹੁੰਦਿਆਂ ਹੋਇਆਂ ਹੱਥ ਜੋੜ ਕੇ ਬੇਨਤੀ ਹੈ, ਧੰਨਵਾਦ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।